ਹੈਲੋ एवरीवन ਵੈਲਕਮ ਟੂ ਸਟਡੀ ਸ਼ੌਕਟ ਯੋਰ ਸਟੱਡੀ ਬਿਕਮਸ ਈਜ਼ੀਅਰ। ਤਾਂ ਆਪਾਂ ਸਾਰੇ ਜਾਣਦੇ ਹਾਂ ਜੀ 3704 ਮਾਸਟਰ ਕੈਡਰ ਦੇ ਰਿਲੇਟਿਡ ਇੱਕ ਨਵਾਂ ਨੋਟਿਸ ਜਿਹੜਾ ਜਾਰੀ ਕੀਤਾ ਗਿਆ ਸੀ ਸਰਕਾਰ ਵੱਲੋਂ। ਕੋਰਟ ਦਾ ਫੈਸਲਾ ਵੀ ਆ ਗਿਆ ਸੀ ਤੇ ਕੈਟੇਗਰੀ ਚੇਂਜ ਦਾ ਜਿਹੜਾ 13 ਤੋਂ 17 ਤਰੀਕ ਤੱਕ ਤੇ 2364 ਪੋਸਟਾਂ ਦੀ ਅਗਰ ਆਪਾਂ ਗੱਲ ਕਰ ਲਈਏ ਤਾਂ ਉਹਨਾਂ ਦਾ ਜਿਹੜਾ 16 ਦਸੰਬਰ ਤੋਂ ਬਾਅਦ ਕੈਟੇਗਰੀ ਚੇਂਜ ਕਰਨ ਦਾ ਜਿਹੜਾ ਨੋਟਿਸ ਜਾਰੀ ਕੀਤਾ ਗਿਆ ਸੀ ਉਹ ਸਰਕਾਰ ਨੇ ਵਾਪਸ ਲੈ ਲਿਆ ਤੇ ਕੈਟੇਗਰੀ ਚੇਂਜ ਜਿਹਨਾਂ ਨੇ ਉਸ ਟਾਈਮ ਦੇ ਵਿੱਚ ਕੀਤੀ ਸੀ ਉਹ ਹੁਣ ਨਹੀਂ ਮੰਨੀ ਜਾਏਗੀ। ਤਾਂ ਇਸ ਨੋਟਿਸ ਦਾ ਮੈਰਿਟ 'ਤੇ ਕੀ ਅਸਰ ਪਏਗਾ, ਸਾਰੇ ਸਬਜੈਕਟਸ ਦੇ ਪਰਟੀਕੂਲਰ ਇੱਕ ਇੱਕ ਸਬਜੈਕਟ ਦੀ ਆਪਾਂ ਗੱਲ ਕਰਾਂਗੇ। ਇਹ ਵੀਡੀਓ ਜਿਹੜੀ ਹੈ 3704 ਮਾਸਟਰ ਕੈਡਰ ਦੇ ਰਿਲੇਟਿਡ ਹੈਗੀ ਆ, ਇੱਕ ਇੱਕ ਸਬਜੈਕਟ ਦੀ। ਇਹਦੇ ਵਿੱਚ ਆਪਾਂ ਕੈਟੇਗਰੀ ਵਾਈਜ਼ ਵੀ ਗੱਲ ਕਰਾਂਗੇ ਕਿ ਕਿਹੜੀ ਕੈਟੇਗਰੀ 'ਤੇ ਕਿਸ ਤਰ੍ਹਾਂ ਅਸਰ ਪਏਗਾ, ਮੈਰਿਟ ਕਿੰਨੀ ਡਾਊਨ ਜਾ ਸਕਦੀ ਹੈ ਕਿ ਨਹੀਂ ਜਾ ਸਕਦੀ, ਅਤੇ ਕਿਹੜੇ ਐਸੇ ਹੈਗੇ ਕੈਂਡੀਡੇਟ ਜਿਨ੍ਹਾਂ ਦੀ ਜੋਬ ਜਿਹੜੀ ਆ ਉਹ ਪੱਕੀ ਹੈ, ਮਤਲਬ ਉਹਨਾਂ ਦੀ ਮੈਰਿਟ 'ਤੇ ਕੋਈ ਅਸਰ ਜਿਹੜਾ ਉਹ ਨਹੀਂ ਹੋਏਗਾ। ਇਸ ਦੇ ਵਿੱਚ ਆਪਾਂ ਮਾਸਟਰ ਕੈਡਰ ਦੀ ਗੱਲ ਕਰ ਲਵਾਂਗੇ ਕਿਉਂਕਿ ਹਰ ਇੱਕ ਸਬਜੈਕਟ ਦੀ ਗੱਲ ਕਰਨੀ ਸੀ ਤਾਂ ਵੀਡੀਓ ਜਿਹੜੀ ਥੋੜੀ ਜਿਹੀ ਲੰਬੀ ਬਣ ਜਾਂਦੀ। ਤਾਂ ਇਸ ਕਰਕੇ 2364 ਈਟੀਟੀ ਦੀ ਪੋਸਟਾਂ ਦੀ ਮੈਰਿਟ 'ਤੇ ਕੀ ਅਸਰ ਪਏਗਾ ਉਹਦੀ ਆਪਾਂ ਨੈਕਸਟ ਵੀਡੀਓ ਦੇ ਵਿੱਚ ਗੱਲ ਕਰਾਂਗੇ। ਫਿਲਹਾਲ ਆਪਾਂ 3704 ਮਾਸਟਰ ਕੈਡਰ ਦੀ ਗੱਲ ਕਰਦੇ ਹਾਂ ਤਾਂ ਦੇਖਦੇ ਹਾਂ ਸਬਜੈਕਟ ਵਾਈਜ਼ ਤੇ ਕੈਟੇਗਰੀ ਵਾਈਜ਼ ਕੀ ਇਫੈਕਟ ਜਿਹੜਾ ਇੱਥੇ ਪੈਂਦਾ। ਹਾਂਜੀ, ਸਾਡੇ ਸਾਹਮਣੇ ਸਭ ਤੋਂ ਪਹਿਲਾਂ ਹੈਗਾ ਸਾਇੰਸ ਦਾ ਓਪਨ ਹੈ। ਤੁਸੀਂ ਦੇਖ ਸਕਦੇ ਹੋ ਸਾਇੰਸ ਦੀਆਂ ਟੋਟਲ ਪੋਸਟਾਂ ਜਿਹੜੀਆਂ ਹੈਗੀਆਂ ਨੇ 1207 ਟੋਟਲ ਪੋਸਟਾਂ ਨੇ। ਤੇ ਇਹ ਜਿਹੜਾ ਮੈਨੇ ਇੱਥੇ ਕੈਟੇਗਰੀ ਵਾਈਜ਼ ਤੁਸੀਂ ਦੇਖ ਸਕਦੇ ਹੋ, ਇੱਥੇ ਆਪਾਂ ਸਾਰਾ ਕੈਟੇਗਰੀ ਵਾਈਜ਼ ਲਿਖਿਆ ਹੋਇਆ ਕਿੰਨੀਆਂ ਟੋਟਲ ਪੋਸਟਾਂ ਹੈਗੀਆਂ ਨੇ ਉਹ ਚੀਜ਼ ਇੱਥੇ ਆਪਾਂ ਲਿਖੀ ਹੋਈ ਹੈ। ਕੋਲਡ ਕੈਂਡੀਡੇਟਸ ਆਪਾਂ ਜਿਹੜੇ ਪਹਿਲਾਂ ਬੁਲਾਏ ਗਏ ਸੀਗੇ ਉਹ ਆਪਾਂ ਇੱਥੇ ਲਿਖੇ ਹੋਏ ਆ। ਕਿੰਨੀਆਂ ਬਲੈਂਕ ਪੋਸਟਾਂ ਰਹਿੰਦੀਆਂ ਜਾਂ ਜ਼ਿਆਦਾ ਬੱਚੇ ਬੁਲਾਏ ਹੋਏ ਆ, ਜ਼ਿਆਦਾ ਕੈਂਡੀਡੇਟਸ ਬੁਲਾਏ ਹੋਏ ਆ, ਉਹਦੀ ਆਪਾਂ ਇੱਥੇ ਜਿਹੜੀ ਹੈ ਬਣਾਈ ਹੋਈ। ਇੱਥੇ ਲਾਸਟ ਕੋਲਡ ਕੈਂਡੀਡੇਟ ਦੇ ਜਿਹੜੇ ਮਾਰਕਸ ਹੈਗੇ ਆ ਉਹ ਆਪਾਂ ਇੱਥੇ ਲਿਖ ਲਏ। ਹੁਣ ਆਪਾਂ ਇਹਦੇ ਵਿੱਚ ਗੱਲ ਕਰਨੀ ਹੈ ਕਿ ਜਿਹੜਾ ਨਵਾਂ ਨੋਟਿਸ ਆਇਆ, ਦੇਖੋ ਇੱਥੇ ਜਿਹੜਾ ਗੱਲ ਹੈਗੀ ਹੈ ਕਿ ਨਵੀਂ ਲਿਸਟ ਦੇ ਵਿੱਚ ਨਾਮ ਆਉਂਦਾ, ਚਾਹੇ ਉਹ ਸੈਕਿੰਡ ਲਿਸਟ ਕਹਿ ਲਓ ਉਸਨੂੰ ਜਾਂ ਰਿਵਾਈਜ਼ ਹੋ ਕੇ ਕਹਿ ਲਓ, ਨਵੀਂ ਲਿਸਟ 'ਚ ਨਾਮ ਆਉਂਦਾ ਜਿਹੜਾ ਚਾਂਸਿਸ ਹੈਗੇ ਆ ਉਹਦੇ ਕਈ ਰੀਜ਼ਨਸ ਹੁੰਦੇ ਆ। ਇੱਕ ਲਿਸਟ ਦੇ ਵਿੱਚ ਨਾਮ ਆਉਂਦੇ ਜਾਂ ਉਸਦੇ ਵਿੱਚ ਮੈਰਿਟ ਡਾਊਨ ਜਾਂਦੇ ਕਈ ਰੀਜ਼ਨ ਹੈ। ਚਾਹੇ ਉਹ ਇਹ ਰੀਜ਼ਨ ਹੋ ਜਾਂਦਾ ਕਿ ਕਿਸੇ ਦੇ ਸਰਟੀਫਿਕੇਟ ਸਹੀ ਨਹੀਂ ਹੈਗੇ, ਕਿਸੇ ਰੀਜ਼ਨ ਕਰਕੇ ਉਹਦੇ ਕੈਂਡੀਡੇਟ ਦੇ ਸਰਟੀਫਿਕੇਟ ਜਿਹੜੇ ਆ ਉਹ ਉਹਦੇ ਵਿੱਚ ਕੁਝ ਕਮੀ ਆਉਂਦੀ ਹੈ, ਜਾਂ ਇਹ ਰੀਜ਼ਨ ਹੋ ਸਕਦਾ ਹੈ ਕਿ ਉਹਦੇ ਵਿੱਚ ਕੈਂਡੀਡੇਟਸ ਜਿਹੜੇ ਹੁੰਦੇ ਆ ਕੰਬੀਨੇਸ਼ਨ ਸਬਜੈਕਟਸ ਦੇ ਬਣੇ ਹੁੰਦੇ ਆ। ਤਾਂ ਕੋਈ ਇੱਕ ਕੈਂਡੀਡੇਟ ਦੂਸਰੇ ਸਬਜੈਕਟ ਦੇ ਵਿੱਚ ਅਗਰ ਸਿਲੈਕਟ ਹੁੰਦਾ ਤਾਂ ਫਿਰ ਦੂਸਰੇ ਜਿਹੜਾ ਸਬਜੈਕਟ ਹੁੰਦਾ ਜਿਵੇਂ ਮੈਥ ਔਰ ਸਾਇੰਸ ਦਾ ਕੰਬੋ ਬਣਦਾ, ਤਾਂ ਇਸ ਤਰ੍ਹਾਂ ਉਹ ਸਾਇੰਸ ਅਗਰ ਮੈਥ ਦੇ ਵਿੱਚ ਸਿਲੈਕਟ ਹੁੰਦਾ ਤਾਂ ਫਿਰ ਸਾਇੰਸ ਦੀ ਜਿਹੜੀ ਮੈਰਿਟ ਹੈ ਉਹ ਡਾਊਨ ਜਾਂਦੀ ਹੈ। ਜਾਂ ਆਪਾਂ ਡਿਸਕਸ ਕੀਤਾ ਸੀ 33% ਵਾਲਾ ਜਿਹੜਾ ਰਿਜ਼ਰਵੇਸ਼ਨ ਵਾਲਾ, ਅਗਰ ਉਹ ਕੰਡੀਸ਼ਨ ਪੂਰੀ ਨਹੀਂ ਹੁੰਦੀ ਤਾਂ ਉਹਦੇ ਕਰਕੇ ਫਿਰ ਮੈਰਿਟ ਜਿਹੜੀ ਹੈ ਡਾਊਨ ਜਾਂਦੀ ਹੈ। ਅਤੇ ਇਹ ਸਾਰੇ ਰੀਜ਼ਨ ਜਿਹੜੇ ਹੈਗੇ ਨੇ ਉਹ ਤਾਂ ਹੈਗੇ ਹੀ ਨੇ। ਤਾਂ ਇਹ ਸਾਰੇ ਰੀਜ਼ਨਸ ਤਾਂ ਰਹਿਣਗੇ ਇਹਨਾਂ ਦੇ ਰਿਲੇਟਿਡ ਇੱਕ ਫੁੱਲ ਫਲੈਜ ਵੀਡੀਓ ਬਣੀ ਹੋਈ ਹੈ ਆਪਣੀ, ਤੁਸੀਂ ਆਈ ਬਟਨ 'ਤੇ ਕਲਿੱਕ ਕਰਕੇ ਉਸ ਵੀਡੀਓ ਨੂੰ ਦੇਖ ਸਕਦੇ ਹੋ। ਬਟ ਆਪਾਂ ਇਸ ਵੀਡੀਓ ਦੇ ਵਿੱਚ ਸਿਰਫ ਉਹ ਗੱਲ ਕਰਾਂਗੇ ਕਿ ਜਿਹੜਾ ਨਵਾਂ ਨੋਟਿਸ ਆਇਆ ਉਸਦੇ ਕਰਕੇ ਮੈਰਿਟ 'ਤੇ ਕੀ ਇਫੈਕਟ ਪਏਗਾ। ਤਾਂ ਸਿਰਫ ਆਪਾਂ ਉਸੇ ਚੀਜ਼ ਨੂੰ ਹੀ ਕੰਸੀਡਰ ਕਰਾਂਗੇ। ਅਤੇ ਦੇਖੋ ਜਿਹੜਾ ਜਿੱਥੇ ਤੱਕ ਆਪਾਂ ਨੂੰ ਇਨਫੋਰਮੇਸ਼ਨ ਮਿਲੀ ਹੈਗੀ ਹੈ ਉਹ ਇਹ ਹੈ ਕਿ ਮੋਸਟਲੀ ਜਿਹੜੇ ਕੈਂਡੀਡੇਟਸ ਹੈਗੇ ਆ ਉਹ ਜਿਨ੍ਹਾਂ ਨੇ 13 ਤੋਂ 17 ਤਰੀਕ ਦੇ ਵਿੱਚ ਆਪਣੀ ਜਿਹੜੀ ਕੈਟੇਗਰੀ ਹੈ ਚੇਂਜ ਕੀਤੀ ਸੀ, ਮੋਸਟਲੀ ਜਿਹੜੀ ਹੈਗੀ ਆ ਉਹ ESM ਦੇ ਵਿੱਚ ਕਰਵਾਈ ਗਈ ਸੀ ਜਾਂ EWS ਵਾਲੇ ਕੈਂਡੀਡੇਟਸ ਹੈ ਜਿਹੜੇ ਉਹਨਾਂ ਨੇ ਕਰਵਾਈ ਸੀ। ਅਗਰ ਇੱਕ ਦੋ ਕੈਂਡੀਡੇਟਸ ਉਹ ਦੂਜੇ ਵੀ ਹੋਰ ਥੋੜ੍ਹੇ ਬਹੁਤ ਹੁੰਦੇ ਆ ਜਿਨ੍ਹਾਂ ਨੇ ਕਿਸੇ ਹੋਰ ਕੈਟੇਗਰੀ ਦੇ ਵਿੱਚ ਚੇਂਜ ਕਰਵਾਇਆ ਸੀਗਾ ਤਾਂ ਉਹ ਵੀ ਹੋ ਸਕਦੇ ਆ। ਲੇਕਿਨ ਜਿਹੜੇ ਜ਼ਿਆਦਾ ਮੇਨ ਜਿਹੜੇ ਹੈਗੇ ਆ ਕੈਂਡੀਡੇਟਸ ਚੇਂਜ ਕਰੇ ਗਏ ਸੀ, ਆਪਣੀ ਕੈਟੇਗਰੀਜ਼ ਚੇਂਜ ਕਰੀਆਂ ਗਈਆਂ ਸੀ, ਉਹ ESM ਦੇ ਵਿੱਚ ਆਏ ਸੀ ਕੈਂਡੀਡੇਟਸ ਜ਼ਿਆਦਾ, ਅਤੇ EWS ਦੇ ਵਿੱਚ ਆਏ ਸੀਗੇ ਜ਼ਿਆਦਾ, ਜਿੱਥੇ ਤੱਕ ਇਨਫੋਰਮੇਸ਼ਨ ਮਿਲੀ ਹੈ। ਤਾਂ ਇਹਨਾਂ ਦੀ ਕੈਟੇਗਰੀ ਦੀ ਆਪਾਂ ਇੱਥੇ ਗੱਲ ਕਰ ਲਈਏ, ਓਵਰਆਲ ਕੈਟੇਗਰੀ ਵੀ ਤੁਸੀਂ ਇੱਥੇ ਗੱਲ ਕਰ ਲਓ ਤਾਂ ਤੁਸੀਂ ਦੇਖ ਸਕਦੇ ਹੋ। ਇੱਥੇ ਸਭ ਤੋਂ ਪਹਿਲਾਂ ਆਪਾਂ ਇੱਥੇ ਗੱਲ ਕਰ ਲੈਂਦੇ ਹਾਂ ਉੱਪਰ SC ਦੀ। ਤਾਂ SC ਦੇ ਵਿੱਚ SC ਤੋਂ ਪਹਿਲਾਂ ਓਪਨ ਕੈਟੇਗਰੀ ਹੈ। ਓਪਨ ਕੈਟੇਗਰੀ ਦੀ ਅਗਰ ਆਪਾਂ ਇੱਥੇ ਗੱਲ ਕਰੀਏ ਤਾਂ ਓਪਨ ਕੈਟੇਗਰੀ ਨੂੰ ਕੋਈ ਖਾਸ ਇੱਥੇ ਖਤਰਾ ਨਹੀਂ ਹੈਗਾ। ਓਪਨ ਕੈਟੇਗਰੀ ਦੇ ਵਿੱਚ ਤਾਂ ਕੋਈ ਵੀ ਇਸ ਨੋਟਿਸ ਦਾ ਇਫੈਕਟ ਜਿਹੜਾ ਨਹੀਂ ਨਜ਼ਰ ਆਉਂਦਾ। ਜਿਵੇਂ ਤੁਸੀਂ ਦੇਖ ਸਕਦੇ ਹੋ ਸਾਇੰਸ ਦੇ ਵਿੱਚ ਓਪਨ ਕੈਟੇਗਰੀ 289 ਟੋਟਲ ਪੋਸਟ ਹੈ, ਕੋਲਡ ਕੈਂਡੀਡੇਟਸ 528 ਹੈ, ਅਤੇ ਜ਼ਿਆਦਾ ਜਿੰਨੇ ਕੈਂਡੀਡੇਟਸ ਅਪਲਾਈ ਹੋਏ ਆ ਉਹ ਹੈਗੇ 239। ਤਾਂ ਇਹਦੇ ਵਿੱਚ ਅਗਰ 299 ਪੋਸਟਾਂ ਹੈਗੀਆਂ ਨੇ, 528 ਕੈਂਡੀਡੇਟਸ ਕੋਲ ਕੀਤੇ ਹੋਏ ਆ ਜ਼ਿਆਦਾ। ਤਾਂ ਅਗਰ 289 ਦੇ ਵਿੱਚੋਂ ਅਗਰ ਬਾਈ ਚਾਂਸ ਕਿਸੇ ਵੀ ਰੀਜ਼ਨ ਕਰਕੇ ਅਗਰ ਜਿਹੜੇ ਇੱਥੋਂ ਕੈਂਡੀਡੇਟਸ ਆ ਉਹ ਨਿਕਲਦੇ ਆ, ਚਾਹੇ ਉਹ ਇਸ ਕਰਕੇ ਵੀ ਕਿਸੇ ਨੇ ਮੈਥ ਦੇ ਵਿੱਚ ਸਿਲੈਕਟ ਹੋ ਜਾਵੇ ਜਾਂ ਕਿਸੇ ਦਾ ਸਰਟੀਫਿਕੇਟ ਨਹੀਂ ਸਹੀ ਹੈਗਾ ਜਾਂ ਫਿਰ ਕੋਈ ਬੋਰਡਰ ਏਰੀਆ ਦੇ ਵਿੱਚ ਜਿਹੜੀ ਹੈਗੇ ਨਹੀਂ ਜੋਬ ਲੈਣਾ ਚਾਹੁੰਦਾ। ਕਈ ਮੈਨੂੰ ਇਸ ਤਰ੍ਹਾਂ ਦੇ ਕਮੈਂਟਸ ਵੀ ਆ ਰਹੇ ਸੀਗੇ ਕਿ ਮੈਮ ਅਸੀਂ ਬੋਰਡਰ ਏਰੀਆ ਦੇ ਵਿੱਚ ਜੋਬ ਹਲੇ ਨਹੀਂ ਲੈਣਾ ਚਾਹੁੰਦੇ, ਉੱਦਾਂ ਕਰਕੇ ਵੀ ਕੈਂਡੀਡੇਟ ਜਿਹੜੇ ਸੀਟ ਛੱਡ ਜਾਂਦੇ ਨੇ। ਤਾਂ ਉੱਦਾਂ ਕਰਕੇ ਅਗਰ ਮੈਰਿਟ ਜਿਹੜੀ ਇੱਥੇ ਨੀਚੇ ਜਾਂਦੀ ਹੈ ਤਾਂ ਓਪਨ ਦੇ ਵਿੱਚ ਅਗਰ 289 ਪੋਸਟਾਂ ਹੈਗੀਆਂ ਨੇ ਤਾਂ ਓਪਨ ਦੀਆਂ, ਤਾਂ ਆਪਾਂ ਕਮ ਸੇ ਕਮ ਅਗਰ ਆਪਾਂ ਹੱਦ ਵੀ ਲਗਾ ਕੇ ਚੱਲੀਏ 300 ਤੱਕ ਤਾਂ ਇੱਥੇ ਤੁਸੀਂ ਲਗਾ ਕੇ ਚਲੋ ਜਿਹੜੇ ਓਪਨ ਦੇ ਵਿੱਚ ਜਿਨ੍ਹਾਂ ਦਾ 300 ਤੱਕ ਨੇਮ ਆਇਆ ਹੈਗਾ ਉਹ ਆਪਣੀ ਜਿਹੜੀ ਸੀਟ ਹੈ ਇੱਥੇ ਉਹ ਪੱਕੀ ਸਮਝਣ। ਓਪਨ ਦੇ ਵਿੱਚ 300 ਤੱਕ ਜਿਹੜੀ ਆ ਉਹ ਆਪਣੀ ਪੂਰੀ ਆਸ ਰੱਖ ਸਕਦੇ ਨੇ ਵੀ 300 ਤੱਕ ਜਿਹੜੀ ਹੈ ਇੱਥੇ ਜੋਬ ਉਹਨਾਂ ਨੂੰ ਮਿਲਣ ਦੀ ਪੂਰੀ ਉਮੀਦ ਹੈਗੀ ਹੈ। ਲਾਸਟ 'ਤੇ ਤੁਸੀਂ ਦੇਖ ਸਕਦੇ ਹੋ ਨੰਬਰ ਉਹਨਾਂ ਦੇ 87 ਜਿਹੜੇ ਆ ਬੁਲਾਏ ਗਏ, ਲੇਕਿਨ 300 ਤੱਕ ਜਿਨ੍ਹਾਂ ਦੇ ਨੇਮ ਆਇਆ ਉਹ ਪੱਕਾ ਜਿਹੜਾ ਇੱਥੇ ਆਪਣਾ ਸਮਝਣ। ਤਾਂ ਪੱਕੇ ਵਾਲੀ ਆਪਾਂ ਗੱਲ ਕਰ ਲਈਏ, ਕਿਹਦਾ ਗੱਲ ਪੱਕੀ ਹੈਗੀ ਹੈ। ਹੁਣ ਗੱਲ ਕਰਦੇ ਹਾਂ ਕਿ ਚਾਂਸਿਸ ਵਾਲੀ ਗੱਲ। SC ਦੀ ਤੁਸੀਂ ਦੇਖ ਸਕਦੇ ਹੋ, SC ਦੇ ਵਿੱਚ ਕੋਈ ਵੀ ਚਾਂਸ ਇੱਥੇ ਆਪਾਂ ਨੂੰ ਨਜ਼ਰ ਨਹੀਂ ਆਉਂਦਾ ਕਿ ਇਹਨਾਂ ਦੀ ਜਿਹੜੀ ਹੈਗੀ ਹੈ ਮੈਰਿਟ ਜਿਹੜੀ ਹੈ ਡਾਊਨ ਜਾਏਗੀ। ESM ਜਿਹੜੀ ਹੁੰਦੀ ਹੈ, ਜੇ ਆਪਾਂ ਗੱਲ ਕਰ ਲਈਏ ਵੀ ਕਿਸੇ ਨੇ ESM ਦੇ ਵਿੱਚ ਚੇਂਜ ਕੀਤਾ ਹੋਵੇ ਤਾਂ ਤੁਸੀਂ ਦੇਖ ਸਕਦੇ ਹੋ ਪੋਸਟਾਂ ਆਲਰੇਡੀ
ਆਲਰੇਡੀ ਜਿਹੜੀ ਇੱਥੇ ਖਾਲੀ ਹੀ ਪਈਆਂ ਨੇ। ਕੈਂਡੀਡੇਟਸ ਬਹੁਤ ਘੱਟ ਹੈ ਇਹਦੇ ਵਿੱਚ, ਤਾਂ ਅਗਰ ਨਿਕਲਦੇ ਵੀ ਹੈ ਇਹਦੇ ਵਿੱਚੋਂ ਕੈਂਡੀਡੇਟਸ ਵੀ ਕਿਸੇ ਨੇ ਟਰਾਂਸਫਰ ਕੀਤਾ ਹੋਵੇ, ਮਤਲਬ 13 ਤੋਂ 17 ਦੇ ਵਿੱਚ ਅਗਰ ਕਿਸੇ ਨੇ ਚੇਂਜ ਕਰਵਾਇਆ ਹੋਵੇ, ਤਾਂ ਅਗਰ ਉਹ ਕੈਂਡੀਡੇਟਸ ਨਿਕਲਦੇ ਵੀ ਹੈ ਤਾਂ ਇਹਦੇ ਵਿੱਚ ਮੈਰਿਟ ਡਾਊਨ ਜਾਣ ਵਾਲੀ ਇੱਥੇ ਤਾਂ ਕੋਈ ਗੱਲ ਹੀ ਨਹੀਂ, ਕਿਉਂਕਿ ਕੈਂਡੀਡੇਟਸ ਜਿਹੜੇ ਇੱਥੇ ਕਾਫੀ ਘੱਟ ਨੇ। ਇੱਦਾਂ ਹੀ BC ਦੀ ਗੱਲ ਹੈਗੀ ਹੈ, ਅਤੇ ਇਹਦੇ ਵਿੱਚ ਜਿਹੜੇ ਚਾਂਸ ਬਣ ਰਹੇ ਆ ਤੁਸੀਂ ਦੇਖ ਸਕਦੇ ਹੋ EWS ਦੇ ਵਿੱਚ ਸਭ ਤੋਂ ਵੱਧ ਚਾਂਸ ਬਣ ਰਹੇ ਆ। ਇਹਦੇ ਵਿੱਚ ਸਾਇੰਸ ਦੇ ਵਿੱਚ EWS ਦੇ ਜਿਹੜੇ ਆ ਉਹ ਚਾਂਸ ਬਣ ਰਹੇ, ਕਿਉਂਕਿ ਤੁਸੀਂ ਦੇਖ ਸਕਦੇ ਹੋ 107 ਜਿਹੜੀਆਂ ਟੋਟਲ ਪੋਸਟਾਂ ਨੇ ਅਤੇ 143 ਜਿਹੜੇ ਹੈਗੇ ਕੈਂਡੀਡੇਟਸ ਕੋਲ ਕੀਤੇ ਗਏ ਆ। 36 ਕੈਂਡੀਡੇਟਸ ਜਿਹੜੇ ਇੱਥੋਂ ਜ਼ਿਆਦਾ ਕੋਲ ਕੀਤੇ ਗਏ ਆ। 13 ਤੋਂ 17 ਦੇ ਡੇਟ ਦੇ ਵਿੱਚ ਜਿਨ੍ਹਾਂ ਨੇ ਆਪਣੀ ਕੈਟੇਗਰੀ EWS ਦੇ ਵਿੱਚ ਚੇਂਜ ਕਰਵਾਈ ਹੈ, ਉਹਨਾਂ ਦੇ ਅਗਰ ਉਹ 36 ਤੋਂ ਜ਼ਿਆਦਾ ਨੇ ਕਿ ਕੈਂਡੀਡੇਟਸ, ਪਹਿਲੀ ਗੱਲ ਤਾਂ ਇਹ ਗੱਲ ਕਰ ਲੈਂਦੇ ਹਾਂ ਕਿ ਅਗਰ 36 ਤੋਂ ਉਹ ਕੈਂਡੀਡੇਟਸ ਜ਼ਿਆਦਾ ਨੇ ਜਿਹੜੀ ਚੇਂਜ ਕਰਵਾਈ ਹੈ, ਤਾਂ ਉਹ ਕੈਂਡੀਡੇਟਸ ਫਿਰ ਉਸ ਲਿਸਟ ਦੇ ਵਿੱਚੋਂ ਜਿਹੜੇ ਆਊਟ ਹੋਣਗੇ ਅਤੇ ਮੈਰਿਟ ਜਿਹੜੀ ਇੱਥੇ ਡਾਊਨ ਜਾਏਗੀ। ਜੇ ਆਪਾਂ ਗੱਲ ਕਰੀਏ ਵੀ 36 ਹੀ ਕੈਂਡੀਡੇਟਸ ਨੇ ਜਿਹੜੀ ਆ ਉਹ ਚੇਂਜ ਕਰਵਾਈ ਹੈ, ਤਾਂ ਆਪਾਂ 36 ਆਲਰੇਡੀ ਜ਼ਿਆਦਾ ਬੁਲਾਏ ਹੋਏ ਨੇ, ਤਾਂ ਜੇ ਆਪਾਂ ਇਹ ਸੋਚਦੇ ਵੀ ਇਹਨਾਂ 36 ਦੇ ਵਿੱਚੋਂ ਐਡਜਸਟ ਹੋ ਜਾਣਗੇ, ਕਈ ਵਾਰ ਜਿਹੜੇ ਹੈਗੇ ਸਰਟੀਫਿਕੇਟ ਵਗੈਰਾ ਦੇ ਵਿੱਚ ਕੋਈ ਪ੍ਰੋਬਲਮ ਹੋਣ ਕਰਕੇ ਜਾਂ ਸਬਜੈਕਟ ਕੋਈ ਹੋਰ ਚੂਜ਼ ਹੋਣ ਕਰਕੇ ਜਾਂ ਬੋਰਡਰ ਏਰੀਆ ਵਿੱਚ ਨਾ ਲੈਣ ਕਰਕੇ ਜਿਹੜੇ ਵੀ ਚੀਜ਼ਾਂ ਰੀਜ਼ਨ ਰਹੇ ਹੋਣਗੇ, ਉੱਦਾਂ ਕਰਕੇ ਵੀ ਜਿਹੜੀ ਮੈਰਿਟ ਇੱਥੇ ਡਾਊਨ ਜਾ ਸਕਦੀ ਹੈ ਵੀ 36 ਤੋਂ ਬਾਹਰ ਵੀ ਜਿਹੜੇ ਬੱਚੇ ਆ ਉਹ ਫਿਰ ਡਾਊਨ ਜਾ ਕੇ ਬੁਲਾਏ ਜਾ ਸਕਦੇ ਨੇ। ਤਾਂ ਇੱਥੇ EWS ਦੇ ਵਿੱਚ ਚਾਂਸ ਬਣ ਰਹੇ ਆ ਪੂਰੀ ਮੈਰਿਟ ਡਾਊਨ ਜਾਣ ਦੇ। ਹੁਣ ਫਿਰ ਅਗਲਾ ਕੁਐਸਚਨ ਇਹ ਆ ਜਾਂਦਾ ਕੈਂਡੀਡੇਟਸ ਦਾ ਕਿ ਕਿੰਨੀ ਡਾਊਨ ਜਾਏਗੀ, ਕਿੰਨਾ ਜਿਹੜਾ ਹੈਗਾ ਸਾਡਾ ਚਾਂਸ ਜਿਹੜਾ ਬਣ ਸਕਦਾ ਹੈ। ਤੁਸੀਂ ਦੇਖ ਸਕਦੇ ਹੋ ਇੱਥੇ ਲਾਸਟ ਕੈਂਡੀਡੇਟ ਦੇ 77 ਜਿਹੜੇ ਹੈਗੇ ਆ ਨੰਬਰ ਵਾਲਾ ਕੈਂਡੀਡੇਟ ਜਿਹੜਾ ਬੁਲਾਇਆ ਗਿਆ, ਤਾਂ ਅਗਰ ਡਾਊਨ ਜਾਂਦੀ ਵੀ ਹੈ ਮੈਰਿਟ ਤਾਂ 1 ਜਾਂ 2 ਨੰਬਰ ਹੀ ਮੈਕਸੀਮਮ ਜਿਹੜੀ ਹੈ ਡਾਊਨ ਜਾਇਆ ਕਰਦੀ ਹੈ। ਇਹ ਨਹੀਂ ਹੁੰਦਾ ਕਿ 5-6 ਨੰਬਰ ਜਿਹੜੀ ਮੈਰਿਟ ਡਾਊਨ ਚੱਲ ਜਾਂਦੀ ਹੈ, ਇੰਨਾ ਨਹੀਂ ਹੁੰਦਾ। ਜੇ ਡਾਊਨ ਜਾਂਦੀ ਵੀ ਹੈ 1 ਜਾਂ ਮੈਕਸ 2 ਨੰਬਰ ਤੱਕ ਹੀ ਜਿਹੜੀ ਮੈਰਿਟ ਹੈ ਉਹ ਡਾਊਨ ਜਾਂਦੀ ਹੈ। 76 ਜਾਂ 75 ਆਪਾਂ ਹੱਦ ਇੱਥੇ ਮੰਨ ਲੈਂਦੇ ਹਾਂ ਕਿ ਜਿਹੜੀ ਮੈਰਿਟ ਹੈ ਉਹ ਡਾਊਨ ਜਾ ਸਕਦੀ ਹੈ। ਇਸ ਤੋਂ ਅਗਰ ਘੱਟ ਕਿਸੇ ਦੇ ਨੰਬਰ ਹੈਗੇ ਤਾਂ ਪਲੀਜ਼ ਮੈਨੂੰ ਜਿਵੇਂ ਕਮੈਂਟ ਸੈਕਸ਼ਨ ਦੇ ਵਿੱਚ ਪੁੱਛਦੇ ਰਹਿੰਦੇ ਕਿ ਮੈਮ ਸਾਡਾ ਚਾਂਸ ਹੈ, ਤਾਂ ਤੁਸੀਂ ਹੁਣ ਇਸ ਵੀਡੀਓ ਤੋਂ ਖੁਦ ਹੀ ਅੰਦਾਜ਼ਾ ਜਿਹੜਾ ਉਹ ਲਗਾ ਸਕਦੇ ਹੋ। ਅਤੇ ਇਹ ਤਾਂ ਹੋ ਗਈ ਜੀ ਸਾਇੰਸ ਦੀ ਗੱਲ। ਹਾਂਜੀ, ਨੈਕਸਟ ਆਪਣੇ ਕੋਲ ਸਬਜੈਕਟ ਆ ਜਾਂਦਾ ਮੈਥ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਟੋਟਲ ਜਿਹੜੇ ਪੋਸਟਾਂ 966 ਪੋਸਟਾਂ ਹੈਗੀਆਂ ਨੇ ਆਪਣੇ ਕੋਲ। ਅਤੇ ਇਹਦੇ ਵਿੱਚ ਅਗਰ ਆਪਾਂ ਗੱਲ ਕਰ ਲਈਏ ਸਭ ਤੋਂ ਪਹਿਲਾਂ ਓਪਨ ਦੇ ਵਿੱਚ ਟੋਟਲ ਪੋਸਟਾਂ 151 ਜਿਹੜੀਆਂ ਟੋਟਲ ਪੋਸਟਾਂ ਹੈਗੀਆਂ ਨੇ ਇੱਥੇ 350 ਜਿਹੜੇ ਟੋਟਲ ਕੈਂਡੀਡੇਟਸ ਇੱਥੇ ਕੋਲ ਕੀਤੇ ਗਏ ਆ। ਅਤੇ ਬਲੈਂਕ ਪੋਸਟ ਆ ਜਿਹੜੀ ਇੱਥੇ ਵੱਧ, ਜਿਵੇਂ ਆਪਾਂ ਕਹਿੰਦੇ ਕੈਂਡੀਡੇਟਸ ਬੁਲਾਏ ਹੋਏ ਆ, ਤਾਂ 200 ਦੇ ਕਰੀਬ ਜਿਹੜਾ ਵੱਧ ਜਿਹੜੇ ਇੱਥੇ ਬੁਲਾ ਰੱਖੇ ਆ। 199 ਜਿਹੜੇ ਕੈਂਡੀਡੇਟਸ ਵੱਧ ਬੁਲਾਏ ਹੋਏ ਨੇਗੇ। ਅਤੇ ਇੱਥੇ ਅਗਰ ਆਪਾਂ ਗੱਲ ਕਰ ਲਈਏ ਕਿ 51 ਜਿਹੜੀਆਂ ਪੋਸਟਾਂ ਹੈਗੀਆਂ ਨੇ ਓਪਨ ਦੇ ਵਿੱਚ, ਅਗਰ ਉਹਦੇ ਵਿੱਚੋਂ ਕਿਸੇ ਵੀ ਰੀਜ਼ਨਸ ਕਰਕੇ ਥੋੜ੍ਹੇ ਬਹੁਤ ਆਪਾਂ ਪੂਰੇ 151 ਤਾਂ ਨਹੀਂ ਲੈ ਕੇ ਚੱਲਾਂਗੇ, ਅਗਰ ਵੱਧ ਤੋਂ ਵੱਧ ਹੱਦ ਆਪਾਂ ਇਹਦੇ ਵਿੱਚ ਲਗਾ ਲਈਏ ਤਾਂ 200 ਕੁ ਦੇ ਆਸ-ਪਾਸ ਜਾਣ ਸਕਦੇ ਹੋ ਕਿ ਪੱਕਾ ਵੀ ਉਹਨਾਂ ਦੀ ਜਿਹੜੀ ਜੋਬ ਹੈਗੀ ਅਤੇ ਜਿਨ੍ਹਾਂ ਦਾ ਨਾਮ ਓਪਨ ਕੈਟੇਗਰੀ ਦੇ ਵਿੱਚ 200 ਤੱਕ ਆਇਆ ਹੋਇਆ, ਐਟਲੀਸਟ ਉਹ ਤਾਂ ਪੂਰੀ ਪੱਕੀ ਮੰਨਣ। ਬਾਕੀ ਬਿਕੋਜ਼ ਆਫ ਐਨੀ ਰੀਜ਼ਨ ਜਿਹੜੇ ਹੈਗੇ ਕੈਂਡੀਡੇਟਸ ਇੱਥੋਂ ਨਿਕਲ ਸਕਦੇ ਆ ਇਸ ਦੇ ਵਿੱਚੋਂ, ਤਾਂ ਹੋਰ 200 ਤੋਂ ਉੱਤੇ ਵੀ ਜਿਹੜੇ ਹੈਗੇ ਕੈਂਡੀਡੇਟਸ, ਉਹਨਾਂ ਦਾ ਵੀ ਚਾਂਸ ਜਿਹੜਾ ਲੱਗ ਸਕਦਾ ਹੈ। ਉਹ ਇਹ ਨਹੀਂ ਕਿ ਉਹਨਾਂ ਨੇ ਆਸ ਛੱਡਣੀ ਹੈ, ਬਟ ਆਪਾਂ ਇਹ ਗੱਲ ਕਰਦੇ ਹਾਂ ਕਿ ਹੱਦ ਅਗਰ ਕੋਈ ਰੀਜ਼ਨਸ ਘੱਟ ਤੋਂ ਘੱਟ ਵੀ ਆਪਾਂ ਰੇਅਰ ਚਾਂਸ ਮੰਨ ਕੇ ਚੱਲੇ ਤਾਂ ਐਟਲੀਸਟ ਪਹਿਲੇ 200 ਦੀ ਜਿਹੜੀ ਇੱਥੇ ਜੋਬ ਹੈਗੀ ਉਹ ਪੱਕੀ ਹੈ। ਉਸ ਤੋਂ ਬਾਅਦ ਆਪਾਂ ਕੈਟੇਗਰੀ ਵਾਈਜ਼ ਗੱਲ ਕਰ ਲੈਂਦੇ ਹਾਂ ਕਿ ਕਿੰਨਾ ਦਾ ਜਿਹੜਾ ਇੱਥੇ ਚਾਂਸ ਬਣਦਾ। ਤੁਸੀਂ ਇੱਥੇ ਦੇਖ ਸਕਦੇ ਹੋ BC ESM, ਤਾਂ BC ESM ਦੇ ਵਿੱਚ ਜਿਹੜਾ ਚਾਂਸ ਬਣ ਸਕਦਾ ਕਿ ਇੱਥੇ ਟੋਟਲ ਪੋਸਟਾਂ ਜਿਹੜੀਆਂ ਨੇ 27 ਹੈਗੀਆਂ ਨੇ, ਅਤੇ ਕੋਲਡ ਕੈਂਡੀਡੇਟਸ ਜਿਹੜੇ ਇੱਥੇ 36 ਜਿਹੜੇ ਕੋਲਡ ਕੈਂਡੀਡੇਟਸ ਕੀਤੇ ਗਏ, ਅਤੇ ਜ਼ਿਆਦਾ ਕਿੰਨੇ ਬੁਲਾਏ ਗਏ 9 ਕੈਂਡੀਡੇਟਸ ਜਿਹੜੇ ਆ ਉਹ ਪੋਸਟ ਨਾਲੋਂ ਜ਼ਿਆਦਾ ਬੁਲਾਏ ਗਏ ਆ। ਅਤੇ ਅਗਰ ਕੋਈ ਕੈਂਡੀਡੇਟਸ ਇੱਦਾਂ ਦਾ ਹੈ ਜਿਸਨੇ BC ESM ਦੇ ਵਿੱਚ 13 ਤੋਂ 17 ਦੇ ਵਿੱਚ ਚੇਂਜ ਕਰਵਾਈ ਹੋਵੇ ਕੈਟੇਗਰੀ, ਉਹ ਕੈਂਡੀਡੇਟਸ ਅਗਰ ਇੱਥੋਂ ਨਿਕਲਦੇ ਨੇਗੇ ਤਾਂ ਫਿਰ ਇੱਥੇ ਜਿਹੜੇ ਚਾਂਸਿਸ ਆ ਉਹ ਮੈਰਿਟ ਡਾਊਨ ਬਣ ਜਾਂਦੇ ਆ। ਤੁਸੀਂ ਦੇਖ ਸਕਦੇ ਹੋ ਲਾਸਟ ਕੈਂਡੀਡੇਟ ਜਿਹੜਾ ਬੁਲਾਇਆ ਗਿਆ ਇੱਥੇ ਉਹਦੇ 47 ਮਾਰਕਸ ਜਿਹੜੇ ਆ ਉਹ ਸੀਗੇ, ਤਾਂ 47 ਮਾਰਕਸ ਤੱਕ ਨੀਚੇ ਬੁਲਾਏ ਗਏ। ਅਗਰ ਮੈਰਿਟ ਜਿਹੜੀ ਡਾਊਨ ਜਾਂਦੀ ਹੈ ਤਾਂ 47 ਨੰਬਰ ਤੋਂ ਜਿਹੜੀ ਉਹ ਡਾਊਨ ਜਾਏਗੀ। ਕਿੰਨੀ ਡਾਊਨ ਜਾ ਸਕਦੀ ਹੈ? ਹੱਦ 45 ਤੱਕ ਹੀ ਜਾ ਸਕਦੀ ਹੈ, ਇਦੋਂ ਜ਼ਿਆਦਾ ਜਿਹੜੀ ਹੈ ਡਾਊਨ ਨਹੀਂ ਜਾ ਸਕਦੀ, ਕਿਉਂਕਿ ਅਗਰ ਡਾਊਨ ਜਾਂਦੀ ਹੁੰਦੀ ਹੈ ਤਾਂ 1 ਜਾਂ 2 ਨੰਬਰ ਤੱਕ ਹੀ ਜਾਂਦੀ ਹੈ। ਇੱਕ ਨੰਬਰ 'ਤੇ ਕਈ ਕੈਂਡੀਡੇਟਸ ਜਿਹੜੇ ਆ ਉਹ ਹੁੰਦੇ ਨੇ, ਤਾਂ ਆਪਾਂ ਇਹ ਨਹੀਂ ਕਹਿ ਸਕਦੇ ਕਿ 5-6 ਨੰਬਰ 10 ਨੰਬਰ ਡਾਊਨ ਚਲੀ ਜਾਏਗੀ। ਹੱਦ 1 ਜਾਂ 2 ਨੰਬਰ ਤੱਕ ਹੀ ਮੈਰਿਟ ਜਿਹੜੀ ਆ ਉਹ ਡਾਊਨ ਜਾਂਦੀ ਹੈ। ਹਾਂ, ਡਾਊਨ ਜਾਣ ਦੇ ਚਾਂਸਿਸ ਜ਼ਰੂਰ ਹੈਗੇ ਆ। ਉਸ ਤੋਂ ਬਾਅਦ ਆਪਾਂ ਗੱਲ ਕਰ ਲੈਂਦੇ EWS ਦੀ। ਮੈਥਸ ਦੇ ਵਿੱਚ EWS ਦੀ ਜਿਹੜੀ ਹੈਗੀ ਹੈ ਡਾਊਨ ਜਾਣ ਦੀ ਪੂਰੀ ਉਮੀਦ ਹੈਗੀ ਹੈ। 81 ਟੋਟਲ ਪੋਸਟ ਹੈ, 111 ਕੈਂਡੀਡੇਟਸ ਕੋਲ ਕੀਤੇ ਹੋਏ, 30 ਜ਼ਿਆਦਾ ਕੀਤੇ ਹੋਏ ਆ। ਅਗਰ EWS ਦੇ ਵਿੱਚ ਜ਼ਿਆਦਾ ਕੈਂਡੀਡੇਟਸ ਜਿਹੜੇ ਆ ਉਹਨਾਂ ਨੇ ਚੇਂਜ ਕੀਤੀ ਸੀ 13 ਤੋਂ 17 ਦੇ ਵਿੱਚ, ਤਾਂ ਓਬਵੀਅਸਲੀ ਉਹ ਕੈਂਡੀਡੇਟ ਜਿਹੜੇ ਹੁਣ ਬਾਹਰ ਹੋਣਗੇ ਅਤੇ ਮੈਰਿਟ ਜਿਹੜੀ ਹੈ ਫਿਰ ਇੱਥੇ ਡਾਊਨ ਜਾਏਗੀ। 106 ਨੰਬਰ ਜਿਹੜੇ ਲਾਸਟ ਕੈਂਡੀਡੇਟ ਦੇ ਸੀਗੇ ਇਸ ਵਾਰ ਜੋ ਕੋਲ ਕੀਤਾ ਗਿਆ ਸੀ, ਅਗਰ ਡਾਊਨ ਜਾਂਦੇ ਤਾਂ 106 ਤੋਂ ਨੀਚੇ ਜਾਏਗੀ। ਮੈਕਸ 104 ਤੱਕ ਜਿਹੜੀ ਆਪਾਂ ਲਗਾ ਸਕਦੇ ਹਾਂ, ਮੈਕਸੀਮਮ 104 ਤੱਕ ਆਪਾਂ ਲਗਾ ਸਕਦੇ ਹਾਂ। ਇੱਥੇ 104 ਤੱਕ ਜਿਹੜੀ ਹੈ EWS ਦੇ ਵਿੱਚ ਜਿਹੜੀ ਡਾਊਨ ਹੈ ਉਹ ਜਾ ਸਕਦੀ ਹੈ ਮੈਰਿਟ। ਹਾਂਜੀ, ਨੈਕਸਟ ਆਪਣੇ ਕੋਲ ਆ ਜਾਂਦਾ ਇੰਗਲਿਸ਼ ਦੇ ਵਿੱਚ ਆਪਾਂ ਨੂੰ ਪਤਾ 956 ਟੋਟਲ ਪੋਸਟਾਂ ਹੈਗੀਆਂ ਨੇ, ਅਤੇ ਇਹਦੇ ਵਿੱਚ ਸਭ ਤੋਂ ਪਹਿਲਾਂ ਆਪਾਂ ਪੱਕੇ ਦੀ ਗੱਲ ਕਰ ਲਈਏ। ਓਪਨ ਦੇ ਵਿੱਚ 317 ਟੋਟਲ ਪੋਸਟਾਂ ਸੀਗੀਆਂ, ਜਿਹਦੇ ਵਿੱਚ 503 ਕੋਲਡ ਕੈਂਡੀਡੇਟਸ ਹੈਗੇ ਆ ਅਤੇ
186 ਕੈਂਡੀਡੇਟਸ ਜਿਹੜੇ ਹੈਗੇ ਆ ਉਹ ਜ਼ਿਆਦਾ ਬੁਲਾਏ ਗਏ ਆ। 503 ਜ਼ਿਆਦਾ ਬੁਲਾਏ ਗਏ 503 ਕੈਂਡੀਡੇਟਸ ਬੁਲਾਏ ਗਏ ਆ। 317 ਟੋਟਲ ਪੋਸਟਾਂ ਨੇ। ਅਤੇ ਇਹਦੇ ਵਿੱਚ ਅਗਰ ਆਪਾਂ ਬਿਕੋਜ਼ ਆਫ ਐਨੀ ਰੀਜ਼ਨ ਆਪਾਂ ਲਗਾ ਲਈਏ ਕਿ 317 ਦੇ ਵਿੱਚ ਅਗਰ ਕੁਛ ਇੱਧਰ ਉੱਧਰ ਨਹੀਂ ਵੀ ਸਿਲੈਕਟ ਹੁੰਦੇ ਅਤੇ ਥੋੜ੍ਹੇ ਜਿਵੇਂ ਉਹਨਾਂ ਨੇ ਵੀ 503 ਬੁਲਾਏ ਹੋਏ ਆ ਕੈਂਡੀਡੇਟਸ, ਤਾਂ ਐਟਲੀਸਟ ਅਗਰ 317 ਦੀ ਆਪਾਂ ਗੱਲ ਕਰ ਲਈਏ ਤਾਂ 350 ਤੱਕ ਜਿਹੜਾ ਹੈਗਾ ਉਹ ਜ਼ਰੂਰ ਆਪਣਾ ਜਿਹੜਾ ਪੱਕਾ ਸਮਝਣ ਵੀ ਓਪਨ ਦੇ ਵਿੱਚ ਜਿੰਨਾ ਦਾ ਹੈਗਾ ਸੀ ਨੰਬਰ ਉਹ 350 ਤੱਕ ਉਹ ਜ਼ਰੂਰ ਆਪਣੀ ਪੱਕੀ ਸਮਝਣ। ਹਾਂ, ਇਹ ਨਹੀਂ ਹੈ ਕਿ ਉਸ ਤੋਂ ਅੱਗੇ ਵਾਲਿਆਂ ਨੇ ਆਪਣੀ ਜਿਹੜੀ ਆਸ ਛੱਡਣੀ ਹੈ, ਆਸ ਨਹੀਂ ਛੱਡਣੀ, ਪਰ ਆਪਾਂ ਇੱਕ ਪੱਕਾ ਸ਼ਿਓਰਟੀ ਵਾਲੀ ਜਿਹੜੀ ਆਪਾਂ ਗੱਲ ਕਰ ਲੈਂਦੇ ਹਾਂ ਉਹ ਜ਼ਰੂਰ ਇੱਥੇ ਆ ਜਾਂਦੀ ਹੈ ਵੀ ਉਹ 350 ਤੱਕ ਤਾਂ ਪੱਕੀ ਸਮਝਣ। ਬਾਕੀ ਬਿਕੋਜ਼ ਆਫ ਐਨੀ ਰੀਜ਼ਨ ਅਗਰ ਸਰਟੀਫਿਕੇਟ ਕਿਸੇ ਦੇ ਸਹੀ ਨਹੀਂ ਰਹਿੰਦੇ, ਕੋਈ ਸੀਟ ਛੱਡ ਕੇ ਜਾਂਦਾ ਹੈ, ਚਾਹੇ ਉਹ ਸਬਜੈਕਟ ਕੋਈ ਹੋਰ ਚੂਜ਼ ਕਰਦਾ ਜਾਂ ਬੋਰਡਰ ਏਰੀਆ ਦੇ ਵਿੱਚ ਨਹੀਂ ਲੈਣਾ ਚਾਹੁੰਦਾ, ਤਾਂ ਜਾਂ ਉਹਦੇ ਪਾਸ ਕੋਈ ਪਰਟੀਕੂਲਰ ਸਰਟੀਫਿਕੇਟ ਨਹੀਂ ਹੈਗਾ, ਤਾਂ ਜਾਂ 33% ਰਿਜ਼ਰਵੇਸ਼ਨ ਵਾਲੀ ਕੰਡੀਸ਼ਨ ਜਿਹੜੀ ਉਹ ਫੋਲੋ ਨਹੀਂ ਹੁੰਦੀ, ਤਾਂ ਉਹਨਾਂ ਸਾਰੇ ਰੀਜ਼ਨਸ ਕਰਕੇ ਜਿਹੜੀ ਹੈਗੀ ਇੱਥੇ ਡਾਊਨ ਫਿਰ ਜਾ ਸਕਦੀ ਹੈ ਮੈਰਿਟ। ਉਸ ਤੋਂ ਬਾਅਦ ਆਪਾਂ ਕੈਟੇਗਰੀ ਵਾਈਜ਼ ਗੱਲ ਕਰ ਲੈਂਦੇ ਹਾਂ ਕਿ ਜਿਹੜਾ ਨਵਾਂ ਨੋਟਿਸ ਆਇਆ ਚੇਂਜ ਕਰਨ ਦਾ ਉਹਦਾ ਇਸ 'ਤੇ ਕੀ ਇਫੈਕਟ ਪਏਗਾ। ਜਿਹੜਾ ਆਪਾਂ ਇੱਥੇ ESM ਦੀ ਗੱਲ ਕਰ ਲਈਏ, ਚਾਹੇ ਉਹ SC ESM ਵਾਲਾ ਹੋਵੇ, ਚਾਹੇ BC ESM ਹੋਵੇ ਜਾਂ ਜਨਰਲ ESM ਹੋਵੇ, ਤੁਸੀਂ ਆਲਰੇਡੀ ਦੇਖ ਸਕਦੇ ਹੋ ਇੱਥੇ ਪੋਸਟਾਂ ਜਿਹੜੀਆਂ ਹੈਗੀਆਂ ਨੇ ਬਲੈਂਕ ਪਈਆਂ ਨੇ ESM ਦੀਆਂ, SC ESM ਦੀਆਂ ਵੀ ਬਲੈਂਕ ਪਈਆਂ ਨੇ, BC ESM ਦੀਆਂ ਵੀ ਜਿਹੜੀ ਪੋਸਟਾਂ ਨੇ ਉਹ ਬਲੈਂਕ ਪਈਆਂ ਨੇ, ਅਤੇ ਜਨਰਲ ESM ਦੀ ਜਿਹੜੀ ਪੋਸਟਾਂ ਨੇ ਉਹ ਵੀ ਇੱਥੇ ਬਲੈਂਕ ਪਈਆਂ ਨੇ। ਤਾਂ ਨਵਾਂ ਅਗਰ ਜਿਹੜਾ ਨੋਟਿਸ ਆਉਂਦਾ ਹੈਗਾ ਉਹਦਾ ਇੱਥੇ ਅਗਰ ਕੋਈ ਇਫੈਕਟ ਪੈਂਦਾ, ਦੈਟ ਮੀਨਸ ਮੈਰਿਟ ਜਿਹੜੀ ਹੈ ਡਾਊਨ ਜਾਂਦੀ ਹੈ, ਤਾਂ ਉਹਦਾ ਇੱਥੇ ਕੈਂਡੀਡੇਟਸ ਹੀ ਨਹੀਂ ਹੈ ਅੱਗੇ ਹੋਰ ਬੁਲਾਉਣ ਲਈ। ਤਾਂ ਇੱਥੇ ਮੈਰਿਟ ਜਿਹੜੀ ਆ ਉਹ ਡਾਊਨ ਨਹੀਂ ਜਾ ਸਕਦੀ, ਸਟੂਡੈਂਟਸ ਆਊਟ ਹੋ ਸਕਦੇ ਨੇ, ਲੇਕਿਨ ਮੈਰਿਟ ਜਿਹੜੀ ਆ ਉਹ ਡਾਊਨ ਇੱਥੇ ਨਹੀਂ ਜਾ ਸਕਦੀ। ਹਾਂ, EWS ਦੀ ਆਪਾਂ ਇੱਥੇ ਗੱਲ ਕਰ ਲਈਏ ਕਿ 13 ਤੋਂ 17 ਤਰੀਕ ਤੱਕ ਦੇ ਵਿੱਚ ਅਗਰ ਕਿਸੇ ਨੇ EWS ਦੇ ਵਿੱਚ ਕੈਟੇਗਰੀ ਚੇਂਜ ਕੀਤੀ ਹੋਵੇ, ਜਨਰਲ ਟੂ EWS ਜਿਹੜਾ ਹੈਗਾ ਉਹ ਚੇਂਜ ਕੀਤਾ ਹੋਵੇ, ਤਾਂ ਇੱਥੇ 95 ਟੋਟਲ ਪੋਸਟ ਸੀਗੀਆਂ, 123 ਜਿਹੜੇ ਆ ਕੈਂਡੀਡੇਟ ਕੋਲ ਕੀਤੇ ਗਏ ਸੀ, 28 ਜ਼ਿਆਦਾ ਆਲਰੇਡੀ ਕੋਲ ਕਰ ਰੱਖੇ। ਡਾਊਨ ਜਾਣ ਦੀ ਪੂਰੀ ਉਮੀਦ ਹੈਗੀ ਹੈ ਵੀ ਇੱਥੇ ਡਾਊਨ ਜਾ ਸਕਦੇ ਆ। ਜਿਨ੍ਹਾਂ ਨੇ ਕਨਵਰਟ ਕੀਤੇ ਸੀ ਉਹ ਇਸ ਦੇ ਵਿੱਚੋਂ ਬਾਹਰ ਜਾਣਗੇ, ਤਾਂ ਇੱਥੇ ਜਿਹੜੀ ਮੈਰਿਟ ਆ ਉਹ ਡਾਊਨ ਜਾਏਗੀ। 107 ਨੰਬਰ ਇੱਥੇ ਆਲਰੇਡੀ ਬੁਲਾ ਰੱਖੇ ਕੈਂਡੀਡੇਟਸ, ਇੱਥੇ ਆਪਾਂ 105 ਤੱਕ ਦੀ ਜਿਹੜੀ ਹੈ ਉਮੀਦ ਉਹ ਲਗਾ ਸਕਦੇ ਹਾਂ ਡਾਊਨ ਜਾਣ ਦੀ EWS ਦੇ ਕੇਸ ਦੇ ਵਿੱਚ। ਇੰਗਲਿਸ਼ ਦੇ ਵਿੱਚ ਪੰਜਾਬੀ ਦੀ ਆਪਾਂ ਨੈਕਸਟ ਗੱਲ ਕਰਦੇ ਹਾਂ। 171 ਟੋਟਲ ਪੋਸਟਾਂ ਹੈਗੀਆਂ ਨੇ, ਅਤੇ ਇਹਦੇ ਵਿੱਚ ਤੁਸੀਂ ਦੇਖ ਸਕਦੇ ਹੋ ਜਿਹੜੇ ਚਾਂਸਿਸ ਬਣ ਰਹੇ ਹੈ ਉਹ ਬਣਦੇ ਆ SC ESM ਅਤੇ MNB ਅਤੇ SC RNO ESM ਦੀ, ਇਹਨਾਂ ਦੋਨਾਂ ਦੇ। ਵੈਸੇ ਚਾਂਸਿਸ ਜਿਹੜੇ ਹੈਗੇ ਜਿਵੇਂ ਤੁਸੀਂ ਇੱਥੇ ਦੇਖ ਸਕਦੇ ਹੋ ਟੋਟਲ 9 ਪੋਸਟਾਂ ਹੈਗੀਆਂ ਨੇ, 20 ਕੈਂਡੀਡੇਟਸ ਜ਼ਿਆਦਾ ਆਲਰੇਡੀ ਬੁਲਾ ਰੱਖੇ ਹੈ, ਅਤੇ -11 ਜਿਹੜੇ ਹੈਗੇ ਇੱਥੇ ਆਲਰੇਡੀ ਮਤਲਬ ਜ਼ਿਆਦਾ ਕੈਂਡੀਡੇਟਸ ਜਿਹੜੇ ਇੱਥੇ ਬੁਲਾਏ ਹੋਏ ਆ। ਅਗਰ 9 ਪੋਸਟਾਂ ਦੇ ਵਿੱਚ ਜਿਹੜੇ 20 ਕੈਂਡੀਡੇਟਸ ਆਲਰੇਡੀ ਜ਼ਿਆਦਾ ਬੁਲਾ ਰੱਖੇ ਹੈ, ਅਤੇ ਆਪਾਂ ਮੰਨ ਲਈਏ ਕਿ ਇਹਦੇ ਵਿੱਚ 20 ਦੇ ਵਿੱਚੋਂ ਜਿਹੜੇ ਹੈਗੇ 9 ਕੈਂਡੀਡੇਟਸ ਵੀ ਜਿਹੜੇ ਇੱਦਾਂ ਦੇ ਨਿਕਲ ਜਾਂਦੇ ਆ ਜਿਨ੍ਹਾਂ ਨੇ ਬਾਅਦ ਦੇ ਵਿੱਚ ਆਪਣੀ ਕੈਟੇਗਰੀ ਚੇਂਜ ਕੀਤੀ ਸੀ, ਤਾਂ 11 ਜਿਹੜੇ ਹੈਗੇ ਆ ਇੱਥੇ ਕੈਂਡੀਡੇਟਸ ਜ਼ਿਆਦਾ ਬੁਲਾਏ ਹੋਏ ਆ ਆਲਰੇਡੀ ਜ਼ਿਆਦਾ, ਤਾਂ ਉਹਨਾਂ ਦੇ ਵਿੱਚੋਂ ਜਿਹੜੇ ਹੈਗੇ ਉਹ ਸਿਲੈਕਟ ਹੋਣਗੇ। ਅਤੇ ਬਾਕੀ ਫਿਰ ਅਗਰ ਇਹਨਾਂ 11 ਦੇ ਵਿੱਚ ਵੀ ਐਡਜਸਟ ਨਹੀਂ ਹੁੰਦੇ ਤਾਂ ਫਿਰ ਹੋਰ ਨੈਕਸਟ ਕੈਂਡੀਡੇਟਸ ਨੂੰ ਇੱਥੇ ਚਾਂਸ ਜਿਹੜਾ ਉਹ ਦਿੱਤਾ ਜਾਏਗਾ। ਇੱਦਾਂ ਹੀ RNO ਦਾ ਹੈ। ਉਸ ਤੋਂ ਬਾਅਦ BC ESM ਦੀ ਤੁਸੀਂ ਗੱਲ ਕਰ ਲਓ, 6 ਟੋਟਲ ਪੋਸਟਾਂ ਨੇ, ਟੋਟਲ 12 ਕੈਂਡੀਡੇਟਸ ਬੁਲਾਏ ਹੋਏ ਆ, ਜ਼ਿਆਦਾ 6 ਕੈਂਡੀਡੇਟਸ ਜਿਹੜੇ ਇੱਥੇ ਬੁਲਾਏ ਹੋਏ ਆ। ਤਾਂ ਅਗਰ ਇਹਦੇ ਵਿੱਚ ਕੋਈ ਐਸਾ ਹੈਗਾ ਕੈਂਡੀਡੇਟ ਜੋ ਬਾਅਦ ਦੇ ਵਿੱਚ ਚੇਂਜ ਕਰਕੇ ਇਸ ਕੈਟੇਗਰੀ ਦੇ ਵਿੱਚ ਆਇਆ ਹੋਵੇ, ਤਾਂ ਫਿਰ ਇੱਥੋਂ ਆਊਟ ਕੀਤਾ ਜਾਏਗਾ ਉਸਨੂੰ, ਅਤੇ ਫਿਰ ਨੈਕਸਟ ਕੈਂਡੀਡੇਟ ਨੂੰ ਜਿਹੜਾ ਚਾਂਸ ਦਿੱਤਾ ਜਾਏਗਾ। 6 ਕੈਂਡੀਡੇਟਸ ਆਲਰੇਡੀ ਜ਼ਿਆਦਾ ਬੁਲਾ ਰੱਖੇ ਹੈ, ਲੇਕਿਨ ਅਗਰ ਉਹਨਾਂ 6 ਦੇ ਵਿੱਚੋਂ ਵੀ ਕੋਈ ਸਿਲੈਕਟ ਨਹੀਂ ਹੁੰਦਾ ਤਾਂ ਫਿਰ ਨੈਕਸਟ ਜਿਹੜੇ ਹੋਰ ਕੈਂਡੀਡੇਟਸ ਨੂੰ ਇੱਥੇ ਚਾਂਸ ਦਿੱਤਾ ਜਾਏਗਾ। ਲਾਸਟ ਜੋ ਹੁਣ ਬੁਲਾਇਆ ਹੋਇਆ ਉਸਦੇ ਜਿਹੜੇ ਮਾਰਕਸ ਹੈਗੇ ਆ ਉਹ 94 ਜਿਹੜੇ ਹੈਗੇ ਆ। ਅਗਰ ਇਸ ਤੋਂ ਬਾਹਰ ਕਿਸੇ ਨੂੰ ਬੁਲਾਇਆ ਜਾਂਦਾ ਤਾਂ ਫਿਰ 94 ਤੋਂ ਡਾਊਨ ਜਿਹੜੀ ਮੈਰਿਟ ਜਾਏਗੀ। ਇਸੇ ਤਰ੍ਹਾਂ ESM ਜਨਰਲ ਦੀ ਤੁਸੀਂ ਗੱਲ ਕਰ ਲਓ, 91 ਜਿਹੜੇ ਟੋਟਲ ਪੋਸਟਾਂ ਨੇ, 115 ਟੋਟਲ ਕੈਂਡੀਡੇਟਸ ਬੁਲਾਏ ਹੋਏ ਆ, 24 ਆਲਰੇਡੀ ਜ਼ਿਆਦਾ ਬੁਲਾਏ ਹੋਏ ਆ। ਅਗਰ ਇਸ ਕੈਟੇਗਰੀ ਦੇ ਵਿੱਚ ਕੋਈ ਬਾਅਦ ਦੇ ਵਿੱਚ ਐਡ ਹੋਇਆ ਸੀ ਉਹ ਆਊਟ ਹੋਏਗਾ, ਨੈਕਸਟ ਕੈਂਡੀਡੇਟ ਨੂੰ ਜਿਹੜੇ ਚਾਂਸ ਮਿਲੇਗਾ। ਅਤੇ 24 ਜ਼ਿਆਦਾ ਬੁਲਾ ਰੱਖਿਆ, ਅਗਰ 24 ਦੇ ਵਿੱਚੋਂ ਵੀ ਸਿਲੈਕਟ ਨਹੀਂ ਹੁੰਦੇ ਜਾਂ 24 ਤੋਂ ਜ਼ਿਆਦਾ ਕੈਂਡੀਡੇਟਸ ਇੱਦਾਂ ਦੇ ਹੈਗੇ ਆ ਜਿਨ੍ਹਾਂ ਨੇ ਆਪਣੀ ਕੈਟੇਗਰੀ ਚੇਂਜ ਕੀਤੀ ਸੀ, ਤਾਂ ਫਿਰ ਇੱਥੇ ਮੈਰਿਟ ਜਿਹੜੀ ਆ ਉਹ ਡਾਊਨ ਜਾਏਗੀ। ਹੁਣ ਦੀ ਅਕੋਰਡਿੰਗ ਜਿਹੜੀ ਹੈਗੀ 51 ਨੰਬਰ ਹੈਗੇ ਆ ਜਿਹੜੇ ਲਾਸਟ ਕੈਂਡੀਡੇਟ ਦੇ ਬੁਲਾਏ ਗਏ ਆ, ਅਗਰ ਮੈਰਿਟ ਡਾਊਨ ਜਾਂਦੀ ਹੈ ਤਾਂ 51 ਤੋਂ ਡਾਊਨ ਜਾਏਗੀ। ਮੈਂ ਫਿਰ ਉਹ ਕਹਿ ਰਹੀ ਹਾਂ ਜਦ ਵੀ ਮੈਰਿਟ ਡਾਊਨ ਜਾਂਦੀ ਹੈ ਤਾਂ ਇਹ ਨਹੀਂ ਹੁੰਦਾ ਕਿ ਜ਼ਿਆਦਾ ਨੰਬਰ ਡਾਊਨ ਚਲੀ ਜਾਂਦੀ ਹੈ, ਹੱਦ 1 ਜਾਂ 2 ਨੰਬਰ ਹੀ ਡਾਊਨ ਜਾਂਦੀ ਹੈ। ਉਸ ਤੋਂ ਬਾਅਦ ਆਪਾਂ EWS ਦੀ ਗੱਲ ਕਰ ਲਈਏ, EWS ਦੀ ਟੋਟਲ ਪੋਸਟਾਂ 6 ਨੇ, 12 ਕੈਂਡੀਡੇਟਸ ਬੁਲਾਏ ਹੈ ਅਤੇ 6 ਕੈਂਡੀਡੇਟਸ ਜਿਹੜੇ ਆ ਉਹ ਜ਼ਿਆਦਾ ਬੁਲਾਏ ਗਏ ਹੈ। ਫਿਰ ਉਹ ਇਹ ਗੱਲ ਕਿ ਅਗਰ EWS ਦੇ ਵਿੱਚ ਕਿਸੇ ਨੇ ਚੇਂਜ ਕੀਤਾ ਹੈਗਾ ਤਾਂ ਉਹ ਕੈਂਡੀਡੇਟਸ ਬਾਹਰ ਹੋਣਗੇ, ਮੈਰਿਟ ਲਿਸਟ ਡਾਊਨ ਜਾਏਗੀ। ਅਤੇ ਜਿਹੜੇ ਨੈਕਸਟ 6 ਬੁਲਾਏ ਹੋਏ ਆ ਅਗਰ ਉਹਨਾਂ ਦੇ ਵਿੱਚੋਂ ਵੀ ਸਿਲੈਕਟ ਨਹੀਂ ਹੁੰਦਾ ਤਾਂ ਹੋਰ ਜ਼ਿਆਦਾ ਜਿਹੜੇ ਇਸ ਤੋਂ ਨੀਚੇ ਵਾਲੇ ਕੈਂਡੀਡੇਟਸ ਆ ਉਹਨਾਂ ਨੂੰ ਚਾਂਸ ਮਿਲੇਗਾ। ਇਸ ਵਾਰ ਜਿਹੜੇ ਬੁਲਾਏ ਹੋਏ ਆ ਉਹਨਾਂ ਦਾ ਲਾਸਟ ਕੈਂਡੀਡੇਟ ਦਾ ਜਿਹੜਾ ਨੰਬਰ ਹੈ 126 ਹੈਗੇ ਆ, ਅਗਰ ਮੈਰਿਟ ਡਾਊਨ ਜਾਂਦੀ ਹੈ ਤਾਂ 126 ਨੰਬਰ ਤੋਂ ਨੀਚੇ ਜਾਏਗੀ। ਇਹ ਹੋ ਗਈ ਜੀ ਪੰਜਾਬੀ ਦੀ ਗੱਲ ਜੀ। ਇੱਦਾਂ ਆਪਾਂ ਹਰ ਇੱਕ ਸਬਜੈਕਟ ਦਾ ਜਿਹੜਾ ਇੱਥੇ ਦੇਖਿਆ, ਅਤੇ ਇਹ ਸੀਗੀ ਜੀ ਇਨਫੋਰਮੇਸ਼ਨ ਕਿ ਨਵਾਂ ਨੋਟਿਸ ਜਿਹੜਾ ਹੈ ਉਹਦੇ ਕਰਕੇ ਜਿਹੜੀ ਮੈਰਿਟ 'ਤੇ ਕੀ ਇਫੈਕਟ ਪਏਗਾ, ਕਿਹੜੀ ਕੈਟੇਗਰੀਜ਼ ਦੀ ਮੈਰਿਟ ਡਾਊਨ ਜਾਏਗੀ ਔਰ ਕਿੰਨੀ ਡਾਊਨ ਜਾਏਗੀ। ਜਿਹੜੀ ਆਪਾਂ ਗੱਲ ਕਰ ਲਈਏ ਹੋਰ ਰੀਜ਼ਨਸ ਹੋ ਸਕਦੇ ਨੇ ਮੈਰਿਟ ਡਾਊਨ ਜਾਣ 'ਤੇ, ਉਹ ਰੀਜ਼ਨਸ ਤਾਂ ਹੈਗੇ ਹੀ ਨੇ। ਫਿਲਹਾਲ ਆਪਾਂ ਉਹਨਾਂ ਰੀਜ਼ਨਸ ਦੀ ਇੱਥੇ ਗੱਲ ਨਹੀਂ ਕੀਤੀ, ਆਪਾਂ ਜਿਹੜੇ ਗੱਲ ਕੀਤੀ ਹੈ ਡਾਊਨ ਜਾਣ ਦੀ ਉਹ ਸਿਰਫ ਉਸ ਜਿਹੜਾ ਨਵਾਂ ਨੋਟਿਸ ਆਇਆ ਉਹਦੇ ਕਰਕੇ ਜਿਹੜਾ ਹੈਗਾ ਡਾਊਨ ਜਾਣ ਦੀ ਉਮੀਦ ਆ ਉਹਦੀ ਆਪਾਂ ਇੱਥੇ ਗੱਲ ਕੀਤੀ ਹੈ। ਤਾਂ ਤੁਹਾਨੂੰ ਸਾਰਿਆਂ ਨੂੰ ਇਨਫੋਰਮੇਸ਼ਨ ਜਿਹੜੀ ਉਹ ਯੂਜ਼ਫੁਲ ਰਹੀ ਹੋਏਗੀ।
ਪਲੀਜ਼ ਵੀਡੀਓ ਨੂੰ ਲਾਈਕ ਕਰੋ, ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਸਭ ਤੱਕ ਇਹ ਯੂਜ਼ਫੁਲ ਇਨਫੋਰਮੇਸ਼ਨ ਪਹੁੰਚ ਸਕੇ ਤੇ ਨਾਲ ਹੀ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ। ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰ ਲੈਣਾ ਜਿਸ ਨਾਲ ਤੁਹਾਨੂੰ ਆਉਣ ਵਾਲੀ ਸਾਰੀ ਲੇਟੈਸਟ ਵੀਡੀਓ ਦੀ ਅਪਡੇਟ ਸਭ ਤੋਂ ਪਹਿਲਾਂ ਮਿਲੇਗੀ। ਹੁਣ ਤੁਸੀਂ ਫੇਸਬੁੱਕ ਤੇ ਵੀ ਫੋਲੋ ਕਰ ਸਕਦੇ ਹੋ, ਉਸਦਾ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਬਾਕਸ ਦੇ ਵਿੱਚੋਂ ਮਿਲ ਜਾਏਗਾ। ਥੈਂਕ ਯੂ।